ਤਾਂ ਫਤਿਹਜੰਗ ਬਾਜਵਾ ਤੇ ਵਿਧਾਇਕ ਪਾਂਡੇ ਨੂੰ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਸਲਾਹ ਦਿੱਤੀ ਹੈ ਕਿ ਦੋਵਾਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਲੈਣੀਆਂ ਨਹੀਂ ਸੀ ਚਾਹੀਦੀਆਂ। ਪਹਿਲਾਂ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸੀ, ਅੱਜ ਆਪਣਿਆਂ ਨੂੰ ਨੌਕਰੀਆਂ ਦੇਣ ਦਾ ਸਮਾਂ ਨਹੀਂ ਹੈ। ਕਿਹਾ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣਾ ਮੁੱਖ ਮੰਤਰੀ ਦਾ ਫੈਸਲਾ ਗਲਤ ਹੈ, ਇਹ ਵਾਪਸ ਲਿਆ ਜਾਣਾ ਚਾਹੀਦਾ ਹੈ। पांडे साहब नूं ते अपने फतेह बाजवा जी नूं कि ये नौकरियां नहीं लैणियां चाहिए। जदों सिखावे हो गए आपां पंजाब दे लोग सिखावे हो गए उदों फिर किसी कोल कोई गल नहीं रहेगी। पहला लोगों नूं नौकरी मिल जाए तो फिर ये भी लै लैन, कोई हर्ज नहीं है। जे कोई काबिल व्यक्ति है कोई नौकरी लेना चाहता तो लै लैन, लेकिन अज समा नहीं है। फर्ज बनता है जी कोई मेरे घरे आए, मैं उन्हों का हमेशा ही आदर मान सम्मान करदा है कि उन्होंने चाह भी पियाओ पानी पियाओ। कुछ कहते ठंडे लोग पी गए, कुछ नूं रोक दिता गया, तुसीं आ गए तुसीं भी एक तां पंगा पा दिंदे हो। कई विचारे आए क्योंकि भरा है, कोई मुद्दों के मतभेद है, कोई ऐसी गल नहीं। पर मेरी उन्होंने बेनती है किसी मुद्दे ते तां घिराव करो। जो कोई मुद्दा नहीं पहला बंदे की सहमति पुछ लो। जिस मुद्दे ते तुसीं घिराव करना चाहते हो उस मुद्दे ते मैं भी तुहाडे नाल सहमत है, फिर मेरा घिराव क्यों। ਤੇ ਇਸੇ ਖਬਰ ਤੇ ਸਾਡੇ ਸਹਿਯੋਗੀ ਨਵਜੋਤ ਧਾਲੀਵਾਲ ਸਾਡੇ ਨਾਲ ਜੁੜ ਚੁੱਕੇ ਨੇ। ਨਵਜੋਤ, ਇਸ ਪੂਰੇ ਸਿਨੈਰੀਓ ਨੂੰ ਸਮਝੀਏ ਵੇਖੀਏ ਤਾਂ ਸਰਕਾਰ ਆਪਣਿਆਂ ਨੂੰ ਹੀ ਹੁਣ ਨੌਕਰੀਆਂ ਦੇ ਰਹੀ ਹੈ, ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇ ਰਹੀ ਹੈ। ਜੋ ਵਜ਼ੀਰੀਆਂ ਦਾ ਆਨੰਦ ਮਾਣ ਚੁੱਕੇ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਜੀ ਸਦਕੇ ਦਿੰਦੀ ਸਰਕਾਰ, ਪਰ ਕਿਤੇ ਨਾ ਕਿਤੇ ਆਪਣੀ ਜ਼ਮੀਨ ਨੂੰ ਖੰਗਾਲਦਿਆਂ ਹੋਇਆਂ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਤਾਂ ਯਾਦ ਕਰਦੀ। ਕੀ ਲੱਗਦਾ ਕਿ ਇਹ ਵਾਅਦੇ ਭੁੱਲ ਕੇ ਅੱਜ ਇਹ ਨੌਕਰੀਆਂ ਜੋ ਦਿੱਤੀਆਂ ਗਈਆਂ ਨੇ ਇਸੇ ਦੇ ਚੱਲਦਿਆਂ ਸ਼ਾਇਦ ਅੱਜ ਆਪਣਿਆਂ ਦੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਜੋ ਕਦੇ ਵੀ ਸਰਕਾਰ ਦੇ ਪੱਖ ਤੋਂ ਨਹੀਂ ਡੋਲੇ ਅੱਜ ਸਰਕਾਰ ਦਾ ਪੱਖ ਨਹੀਂ ਪੂਰ ਰਹੇ। ਅਮਰਤਾ, ਗੱਲ ਇਹ ਆ ਕਿ ਜਿਹੜੇ ਅਖਾਣ ਮੁਹਾਵਰੇ ਕਹਾਵਤਾਂ ਬਣਦੀਆਂ ਨੇ ਉਹ ਕਿਸੇ ਗੱਲ ਕਰਕੇ ਹੀ ਬਣਦੀਆਂ ਨੇ। ਤੁਸੀਂ ਸੁਣਿਆ ਹੋਣਾ ਕਿ ਅੰਨਾ ਵੰਡੇ ਰੋੜੀਆਂ ਮੁੜ ਮੁੜ ਆਪਣਿਆਂ ਨੂੰ ਦੇ, ਇਹ ਕਿਸੇ ਗੱਲ ਕਰਕੇ ਹੀ ਬਣੀਆਂ ਨੇ। ਸਰਕਾਰ ਦੀ ਇਸ ਮਸਲੇ ਤੇ ਇੰਨੀ ਕਿਰਕਰੀ ਹੋ ਰਹੀ ਆ ਕਿ ਵਿਰੋਧੀ ਕਰਨ ਸ਼ਾਇਦ ਲੱਗਦਾ ਕਿ ਉਹ ਵਿਰੋਧ ਕਰਨਾ ਉਹਨਾਂ ਦਾ ਫਰਜ਼ ਬਣ ਚੁੱਕੇ ਆ। ਓਪੋਜੀਸ਼ਨ ਕਰੇ ਤਾਂ ਅਪੋਜ਼ ਕਰਨਾ ਇਹ ਜਾਪਦਾ ਵੀ ਸ਼ਾਇਦ ਉਹਨਾਂ ਦਾ ਬਣ ਗਿਆ। ਤੁਹਾਡੇ ਆਪਣੇ ਪ੍ਰਧਾਨ ਕਹਿ ਰਹੇ ਆ, ਤੁਹਾਡੇ ਆਪਣੇ ਵਜ਼ੀਰ ਕਹਿ ਰਹੇ ਆ, ਤੁਹਾਡੇ ਆਪਣੇ ਵਿਧਾਇਕ ਕਹਿ ਰਹੇ ਆ ਤੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਹੈਗੇ। ਦੂਸਰੇ ਪਾਸੇ ਤੁਹਾਡੇ ਪਾਰਟੀ ਦੇ ਇਕਾਈ ਦੇ ਪ੍ਰਧਾਨ ਕਹਿ ਰਹੇ ਆ ਤੇ ਨਾਲੋਂ ਨਾਲ ਜਦੋਂ ਕੈਬਨਿਟ ਦੇ ਵਿੱਚ ਅਮਰਤਾ ਜਦੋਂ ਕੈਬਨਿਟ ਦੇ ਵਿੱਚ ਇਹ ਫੈਸਲਾ ਹੁੰਦਾ ਹੈ ਤਾਂ ਕੈਬਨਿਟ ਦੇ ਵਿੱਚ ਜਿਹੜੀ ਹੈ 5 ਮੰਤਰੀ ਮੁਖਾਲਫਤ ਕਰਦੇ ਸੀ। ਪੰਜਾਬ, ਹਰਿਆਣਾ, ਹਿਮਾਚਲ ਨੇ ਸਭ ਤੋਂ ਪਹਿਲਾਂ ਇਹ ਖਬਰ ਨਸ਼ਰ ਕੀਤੀ ਸੀਗੀ ਕਿ ਕੈਬਨਿਟ ਦੇ ਵਿੱਚ ਜਦੋਂ ਇਹ ਮਤਾ ਪਾਸ ਹੋ ਰਿਹਾ ਸੀ ਉਦੋਂ ਮੰਤਰੀਆਂ ਨੇ ਇਸ ਦੀ ਵਿਰੋਧਤਾ ਕਰੀ ਸੀਗੀ। ਪਰ ਉਸ ਦੇ ਬਾਵਜੂਦ ਜਦੋਂ ਅੱਧੀ ਵਜ਼ਾਰਤ ਤੁਹਾਡੀ ਵਿਰੋਧਤਾ ਕਰ ਰਹੀ ਹੈ, ਤੁਸੀਂ ਉਸ ਤੋਂ ਬਾਅਦ ਵੀ ਇਸ ਤਰੀਕੇ ਦੀਆਂ ਨੌਕਰੀਆਂ ਦੇ ਰਹੇ ਹੋ ਜਿਹਦਾ ਮੂਲ ਆਧਾਰ ਹੈ ਕਿ ਤਰਸ ਦੇ ਆਧਾਰ ਦੇ ਉੱਤੇ ਜੇ ਨੌਕਰੀਆਂ ਦੇਣੀਆਂ ਸੀ ਤੁਸੀਂ ਉਹਨਾਂ ਨੂੰ ਦਿੰਦੇ ਜਿਨ੍ਹਾਂ ਦੇ ਚੁੱਲ੍ਹਿਆਂ 'ਚੋਂ ਅੱਗ ਬੁਝ ਗਈ ਹੈ। ਤਰਸ ਦੇ ਆਧਾਰ ਤੇ ਨੌਕਰੀਆਂ ਉਹਨਾਂ ਨੂੰ ਦੇਣੀਆਂ ਸੀਗੀਆਂ ਜਿਹੜੇ ਮਾਵਾਂ ਦੇ ਪੁੱਤ ਮੁਲਕ ਲਈ ਸ਼ਹੀਦ ਹੋ ਚੁੱਕੇ ਆ। ਤਰਸ ਦੇ ਆਧਾਰ ਤੇ ਨੌਕਰੀਆਂ ਉਹਨਾਂ ਨੂੰ ਦੇਣੀਆਂ ਸੀਗੀਆਂ ਜਿਹੜੇ ਅੱਜ ਤੋਂ 3.5 ਦਹਾਕੇ ਪਹਿਲਾਂ ਵਾਪਰੇ ਖੂਨੀ ਸਾਕੇ ਦੇ ਵਿੱਚ ਹਜ਼ਾਰਾਂ ਬੇਕਸੂਰੇ ਲੋਕ ਮਾਰੇ ਗਏ। 84 ਦੇ ਵਿੱਚ ਬੇਕਸੂਰੇ ਮਾਰੇ ਗਏ। 66 ਦੀ ਤਕਸੀਮ, 47 ਤਕਸੀਮ, ਕਿੰਨੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਆ। ਕੀ ਉਹਨਾਂ ਨੂੰ ਨੌਕਰੀਆਂ ਮਿਲੀਆਂ? ਕੀ ਉਹਨਾਂ ਤੇ ਸਰਕਾਰ ਨੂੰ ਤਰਸ ਨਹੀਂ ਆਉਂਦਾ? ਉਹਨਾਂ ਲੋਕਾਂ ਤੇ ਤਰਸ ਆਉਂਦਾ ਹੈ ਜਿਨ੍ਹਾਂ ਦੇ ਚੁੱਲ੍ਹਿਆਂ ਦੇ ਵਿੱਚ ਨਿਤ ਆਏ ਦਿਨ ਤਰ੍ਹਾਂ ਦੇ ਪਕਵਾਨ ਰਿੰਨ੍ਹਦੇ ਆ, ਪਰ ਜਿਨ੍ਹਾਂ ਦੇ ਚੁੱਲ੍ਹਿਆਂ 'ਚ ਕੱਖ ਉੱਗੇ ਆਏ ਆ ਉਹਨਾਂ ਤੇ ਸਾਨੂੰ ਕੁਝ ਨਹੀਂ ਹੁੰਦਾ। ਤੇ ਸਵਾਲ ਇਹ ਹੈ ਕਿ ਅਸੀਂ ਵਾਅਦਾ ਕੀਤਾ ਸੀ ਪੰਜਾਬ ਦੀ ਆਵਾਮ ਨਾਲ ਕਿ ਘਰ ਘਰ ਨੌਕਰੀ, 55 ਲੱਖ ਦੇ ਨੇੜੇ ਪਰਿਵਾਰ ਹੈ, ਕੀ ਅਸੀਂ ਸਾਰੇ ਨੌਕਰੀ ਦੇਣ 'ਚ ਕਾਮਯਾਬ ਹੋ ਸਕੇ ਹਾਂ? ਉਹਨਾਂ ਦੇ ਬਾਰੇ ਤਾਂ ਅਸੀਂ ਗੱਲ ਕਹਿ ਦਿੰਦੇ ਹਾਂ ਕਿ ਪ੍ਰਾਈਵੇਟ ਨੌਕਰੀਆਂ ਦਾ ਪਟਾਰਾ ਖੋਲ ਦਿੱਤਾ ਤੇ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ PhD ਡਿਗਰੀ ਹੋਲਡਰ ਬੰਦੇ ਡੋਮੀਨੋਜ਼ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਪੀਜ਼ਾ ਡਿਲੀਵਰੀ ਦੇ 8-8 ਹਜ਼ਾਰ ਦੇ ਉੱਤੇ ਰੱਖੇ ਆ, ਜਿਨ੍ਹਾਂ ਦੇ 8-8 10-10 ਸਾਲ ਰਿਸਰਚ ਦੇ ਉੱਤੇ ਲੰਘ ਗਏ ਆ। ਉਹਨਾਂ ਦੇ ਉੱਤੇ ਸਰਕਾਰ ਨੂੰ ਤਰਸ ਨਹੀਂ ਆਉਂਦਾ। ਸਵਾਲ ਤਾਂ ਇਹ ਹੈ ਕਿ ਜਿਹੜੀ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਨੇ ਇਹ ਤਰਸ ਪੰਜਾਬ ਦੀ ਉਹ ਮਜ਼ਲੂਮ ਲੋਕ ਜਿਨ੍ਹਾਂ ਨੇ ਬਹੁਤ ਸੰਤਾਪ ਹੰਢਾਇਆ ਪਿਛਲੇ 2-2.5 ਦਹਾਕਿਆਂ ਤੋਂ ਉਹਨਾਂ ਤੇ ਵੀ ਜਨਾਬੇ ਵਾਲਾ ਪੰਜਾਬ ਦੇ ਤੁਸੀਂ ਇਸ ਆਵਾਮ ਦੇ ਵਜ਼ੀਰ ਹੋ, ਤੁਸੀਂ ਉਹਨਾਂ ਦੇ ਆਲਾ ਹੋ, ਤੁਸੀਂ ਉਹਨਾਂ ਉੱਤੇ ਵੀ ਤਰਸ ਖਾਓ। ਤੇ ਇਹ ਵਿਰੋਧ ਇਸੇ ਕਰਕੇ ਹੋ ਰਿਹਾ ਹੈ। ਸੋ ਹੁਣ ਜੋ ਤੁਹਾਡੇ ਆਪਣੇ ਵਿਰੋਧ ਕਰਨ ਲੱਗ ਪਏ ਹੈ ਹੁਣ ਨੈਤਿਕ ਫਰਜ਼ ਦੀ ਜ਼ਿੰਮੇਵਾਰੀ ਆਉਂਦੀ ਹੈ ਅਮਰਤਾ ਕਿ ਨੈਤਿਕ ਫਰਜ਼ ਕੌਣ ਅਦਾ ਕਰਦਾ? ਕਿਉਂਕਿ ਜਦੋਂ ਵੀ
ਸਾਡੇ ਮੁਲਕ ਦੀ ਇਹ ਪੋਲੀਟੀਕਲ ਹਿਸਟਰੀ ਹੈ। ਜਦੋਂ ਕੋਈ ਗਲਤੀ ਹੋ ਜੇ, ਕਿਸੇ ਮੰਤਰੀ ਤੋਂ ਹੋ ਜੇ, ਕਿਸੇ ਵਿਧਾਇਕ ਤੋਂ ਕੁਝ ਵੀ ਹੋ ਜੇ, ਉਹ ਆਪਣਾ ਅਹੁਦਾ ਤਿਆਗ ਦਿੰਦਾ, ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਂਦਾ। ਇੰਨੀ ਵਿਰੋਧਤਾ ਤੋਂ ਬਾਅਦ ਕੀ ਨੈਤਿਕ ਫਰਜ਼ ਦੇ ਆਧਾਰ ਤੇ ਇਹ ਲੋਕ ਕਹਿਣਗੇ ਵੀ ਨਹੀਂ ਸਾਨੂੰ ਨਹੀਂ ਚਾਹੀਦਾ? ਰੱਬ ਦਾ ਦਿੱਤਾ ਬਹੁਤ ਕੁਝ ਹੈ, ਸਾਡੇ ਤਾਂ ਰੰਗ ਭਾਗ ਲੱਗੇ ਹੋਏ ਆ, ਸਾਡੇ ਤਾਂ ਮਹਿਲੀ ਸਭ ਕੁਝ ਬਣ ਰਿਹਾ ਹੈ, ਉਹਨਾਂ ਨੂੰ ਦਿੱਤਾ ਜਾਵੇ। ਜਿਹੜੇ ਲੋਕ ਹਲੇ ਨੌਕਰੀ ਤੋਂ ਸਖਣੇ ਨੇ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਹੜੇ ਪੜ੍ਹਾਈ ਤੋਂ ਸਖਣੇ ਆ। ਸੋ ਗੱਲ ਇਹ ਹੈ ਵੀ ਪੰਜਾਬ ਦੇ ਉਹ ਲੋਕ ਵੀ ਇਸ ਤਰਸ ਦੀ ਕਤਾਰ ਦੇ ਵਿੱਚ ਖੜੇ ਆ। ਦੇਖਦੇ ਆ ਕਿ ਸਰਕਾਰ 6 ਮਹੀਨਿਆਂ ਦੇ ਵਿੱਚ ਉਹਨਾਂ ਤੇ ਮਿਹਰਬਾਨ ਹੁੰਦੀ ਹੈ ਜਾਂ ਨਹੀਂ ਹੁੰਦੀ। ਜੀ ਬਿਲਕੁਲ, ਗੱਲ ਤਾਂ ਇੱਥੇ ਨਵਜੋਤ ਜ਼ਮੀਰ ਜਾਗਣ ਦੀ ਹੀ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਛੱਡੇ ਜਾਣਗੇ ਕਿ ਨਹੀਂ, ਹਾਲਾਂਕਿ ਵਿਰੋਧ ਹੁਣ ਤੋਂ ਨਹੀਂ, ਪਿਛਲੀ ਵਜ਼ਾਰਤ ਦੀ ਮੀਟਿੰਗ ਜਦੋਂ ਇਹ ਮਤਾ ਪੇਸ਼ ਕੀਤਾ ਜਾਣਾ ਸੀ ਪਰ ਨਹੀਂ ਕੀਤਾ ਗਿਆ, ਉਦੋਂ ਤੋਂ ਉਸ ਤੋਂ ਪਹਿਲਾਂ ਤੋਂ ਹੀ ਵਿਰੋਧ ਜਾਰੀ ਹੈ। ਜਦੋਂ ਤੋਂ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਤਾਂ ਕੀ ਲੱਗਦਾ ਹੈ ਕਿ ਹੁਣ ਇਸ ਵਿਰੋਧ ਨੂੰ ਅਣਗੌਲਿਆਂ ਕਰ ਦੇਣਗੇ? ਜਦਕਿ ਰਾਜਾ ਵੜਿੰਗ ਨੇ ਵੀ ਇਹੀ ਅਪੀਲ ਕੀਤੀ ਫਤਿਹ ਜੰਗ ਬਾਜਵਾ ਨੂੰ ਵੀ ਤੇ ਪਾਂਡੇ ਹੋਰਾਂ ਨੂੰ ਵੀ ਕਿ ਇਹ ਨੌਕਰੀਆਂ ਉਹਨਾਂ ਨੂੰ ਹੀ ਨਹੀਂ ਸੀ ਲੈਣੀਆਂ ਚਾਹੀਦੀਆਂ, ਉਹ ਵੀ ਛੱਡ ਸਕਦੇ ਸੀ। ਜੇ ਸੀਐਮ ਵੱਲੋਂ ਦੇ ਦਿੱਤੀਆਂ ਗਈਆਂ ਤਾਂ ਉਹ ਨੌਕਰੀਆਂ ਛੱਡ ਦੇਣ, ਸ਼ਾਇਦ ਕਿਸੇ ਗਰੀਬ ਦਾ ਹੋਰ ਭਲਾ ਹੋ ਜਾਏ। ਕੀ ਲੱਗਦਾ ਹੈ ਕਿ ਇਹ ਜ਼ਮੀਰ ਹੁਣ ਜਾਗੇਗੀ? ਕਿਉਂਕਿ ਵਿਰੋਧ ਤਾਂ ਪਹਿਲਾਂ ਤੋਂ ਹੀ ਜਾਰੀ ਹੈ। ਦੇਖੋ, ਇਹ ਤਾਂ ਖੈਰ ਸਵਾਲ ਦਾ ਜਵਾਬ ਭਵਿੱਖ ਦੇ ਗਰਭ ਦੇ ਵਿੱਚ ਹੈ, ਜਾਂ ਜਿਹੜੇ ਨੌਕਰੀ ਪ੍ਰਾਪਤ ਕਰਨ ਵਾਲੇ ਆ ਜਾਂ ਜਿਹੜੇ ਲਾਭਪਾਤਰੀ ਆ, ਇਹ ਤਾਂ ਉਹਨਾਂ ਦੇ ਮੂਡ ਦੇ ਉੱਤੇ ਡਿਪੈਂਡ ਕਰਦਾ ਹੈ। ਸ਼ਾਇਦ ਮੈਨੂੰ ਲੱਗਦਾ ਵੀ ਜੇਕਰ ਇਹ ਵਿਰੋਧ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ, ਪਿਛਲੀ ਵਜ਼ਾਰਤ ਤੋਂ ਸ਼ੁਰੂ ਹੋ ਗਈ ਸੀਗੀ, ਕਈ ਬੈਠਕਾਂ ਵੀ ਹੋਈਆਂ ਨੇ, ਉਹ ਬੈਠਕਾਂ ਦੇ ਵਿੱਚ ਵੀ ਉਹ ਲੋਕਾਂ ਨੇ ਮਤੇ ਪਗਾਏ ਆ ਵੀ ਆਪਾਂ ਇਸ ਚੀਜ਼ ਦਾ ਵਿਰੋਧ ਕਰਨਾ ਹੈ, ਇਹ ਚੀਜ਼ਾਂ ਗਲਤ ਹੋ ਰਹੀਆਂ ਨੇ, ਸਾਡੀ ਸਰਕਾਰ ਦੇ ਉੱਤੇ ਭਾਰੂ ਪੈਣਗੀਆਂ। ਜਿਹੜੇ ਅਗਲੇ ਜਿਹੜੇ ਸਾਡੀ ਪਾਰਟੀ ਦੇ ਨੌਜਵਾਨ ਵਰਕਰ ਹੈ, ਕੱਲ ਉਹਨਾਂ ਦੀ ਆਪਣੀ ਸਿਆਸੀ ਪਾਰੀ ਖੇਡਣੀ ਹੈ, ਉਹਨਾਂ ਤੇ ਵੀ ਭਾਰੂ ਪਊਗਾ। ਇਹ ਤਾਂ ਹੁਣ ਉਹਨਾਂ ਦੇ ਉੱਤੇ ਨਿਰਭਰ ਕਰਦਾ ਉਹ ਛੱਡਦੇ ਕਿ ਨਹੀਂ ਛੱਡਦੇ। ਹਾਲਾਂਕਿ ਜੇ ਛੱਡਣੀ ਹੁੰਦੀ, ਇਹ ਕਿਰਕਰੀ ਜਿਹੜੀ ਹੈ ਕਿ ਪਹਿਲਾਂ ਤੋਂ ਹੋ ਰਹੀ ਸੀ, ਸ਼ਾਇਦ ਉਹਦੇ ਨੂੰ ਵੇਖਦੇ ਹੋਏ ਉਹ ਪਹਿਲਾਂ ਹੀ ਇਸ ਨੂੰ ਉੱਤੇ ਕਰ ਦਿੰਦੇ। ਠੀਕ ਹੈ, ਉਹ ਕਹਿੰਦੇ ਵੀ ਅਸੀਂ ਸਰਕਾਰ ਦੀ ਇਸ ਜਿਹੜਾ ਉਹਨਾਂ ਨੇ ਫਰਜ਼ ਨਿਭਾਇਆ ਅਸੀਂ ਉਹਦੇ ਕਦਰਦਾਨ ਆ, ਪਰ ਸਾਡੇ ਕੋਲੇ ਸਾਰਾ ਕੁਝ ਹੈਗਾ, ਤੁਸੀਂ ਇਹ ਕਿਸੇ ਹੋਰਾਂ ਨੂੰ ਦਿਓ। ਤੇ ਇੱਕ ਸੋਹਣੀ ਗੱਲ ਜਾਪਦੀ ਹੈ ਪੰਜਾਬ ਦੀ ਸਿਆਸਤ ਲਈ ਵੀ, ਇੱਕ ਨਰੋਈ ਸਿਆਸਤ ਦੀ ਮਿਸਾਲ ਸਾਬਤ ਹੋਏਗੀ। ਪਰ ਹਾਲੇ ਤੱਕ ਇਸ ਤਰੀਕੇ ਦੀ ਗੱਲ ਨਿਕਲ ਕੇ ਨਹੀਂ ਆਈ ਹੈਗੀ। ਹੋ ਸਕਦਾ ਕਿ ਅੱਗੇ ਆ ਜਾਵੇ, ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਸਰਕਾਰ ਦੇ ਉੱਤੇ ਸਵਾਲ ਖੜਾ ਹੁੰਦਾ ਕਿ ਸਰਕਾਰ ਨੂੰ ਬਾਕੀ ਤਰਸ ਦੇ ਬੰਦੇ ਨਹੀਂ ਦਿਖੇ, ਜਿਨ੍ਹਾਂ ਨੂੰ ਵਾਕਈ ਲੋੜ ਸੀਗੀ, ਜਿਹੜੇ ਵਾਕਈ ਹੀ ਇਸ ਦੇ ਯੋਗ ਸੀਗੇ, ਜਿਹੜੇ PhDਆਂ ਕਰ ਚੁੱਕੇ ਆ, ਜਿਹੜੇ MPhil ਕਰ ਚੁੱਕੇ ਆ, ਜਿਹੜੇ ਰਿਸਰਚ ਕਰ ਚੁੱਕੇ ਆ, ਜਾਂ ਜਿਹੜੇ ਡਿਗਰੀਆਂ ਕਰਕੇ ਪਰੌਂਠੇ ਪਕਾਉਣ ਲਈ ਰੇਹੜੀਆਂ ਦੇ ਉੱਤੇ ਮਜਬੂਰ ਨੇ, ਉਹਨਾਂ ਲੋਕਾਂ ਨੂੰ ਵੀ ਤਰਸ ਦੇ ਆਧਾਰ ਦੇ ਉੱਤੇ ਵੇਖਣ ਦੀ ਸਰਕਾਰ ਨੂੰ ਬਹੁਤ ਸਖਤ ਜ਼ਰੂਰਤ ਆ। ਬਿਲਕੁਲ ਵੇਖਣਾ ਹੋਏਗਾ ਕਿ ਤਰਸ ਦੀ ਇਸ ਲੀਹ ਦੇ ਵਿੱਚ ਸਰਕਾਰ ਦੇ ਮਾਪਦੰਡਾਂ ਤੇ ਕੌਣ ਖਰਾ ਉਤਰਦੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਮਾਂ ਵੀ ਇਸ ਸਰਕਾਰ ਕੋਲ ਬਹੁਤਾ ਬਚਿਆ ਨਹੀਂ ਹੈ। ਬਹੁਤ ਸ਼ੁਕਰੀਆ ਨਵਜੋਤ ਇਸ ਜਾਣਕਾਰੀ ਦੇ ਲਈ।